सतनाम सतनाम श्री वाहे गुरु जी। खनता सुख रास ताको बिगड़ना ताको बिगड़ना को लगे जाकी प्रभ आगे अरदास। कहो नानक सब तेरी वड्याई कोई नो ना जाने मेरा। प्रभ आराध्या पूरा जहां का नाम नानक पूरा पाया पूरे के गुण गाओ आनंद गुण निदान गुरु गरीब नवाज। सारी संगत गज के बोलना सतनाम श्री वाहेगुरु जी। ਭਾਰਤੀਏ ਭਗਤਾਂ ਤੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਗੁਰਤਾ ਗੱਦੀ ਤੇ ਸਬਾਏਮਾਨ ਕੁੱਲ ਦੁਨੀਆ ਦੇ ਸਾਰੇ ਹੀ ਸਤਿਕਾਰਯੋਗ ਧਾਰਮਿਕ ਗ੍ਰੰਥਾਂ ਵਿੱਚੋਂ ਸਰਵੋਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਕੱਦਸ ਦਰਬਾਰ ਦਾ ਸ਼ਿੰਗਾਰ ਬਣ ਬੈਠੇ ਸਤਸੰਗੀ ਜਨੋ, ਹਾਜ਼ਰੀ ਦਰ ਪ੍ਰਵਾਨ ਕਰੋ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਾਜ ਕਿਵੇਂ ਗਿਆ ਇਹਦਾ ਪਹਿਲਾ ਚੈਪਟਰ ਆਪ ਸੰਗਤਾਂ ਦੇ ਨਾਲ ਸਾਂਝਾ ਕੱਲ ਦੇ ਦੀਵਾਨ ਤੋਂ ਕਰ ਚੁੱਕਾ ਹਾਂ। 4 ਕਾਂਡ ਇਸ ਦੇ ਆਉਣਗੇ ਸਾਡੇ ਸਾਹਮਣੇ। ਆਪ ਸੰਗਤਾਂ ਨੇ ਕਈ ਵਾਰ ਵਿਦਵਾਨਾਂ ਪਾਸੋਂ ਇਸ ਮਜ਼ਬੂਨ ਨੂੰ ਸਰਵਣ ਕੀਤਾ ਹੋਵੇਗਾ ਔਰ ਆਪ ਪੜ੍ਹਨ ਦਾ ਯਤਨ ਕੀਤਾ ਹੋਵੇਗਾ। ਪਹਿਲੇ ਕਾਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ ਸਨ 1839 ਈਸਵੀ 15 ਹਾੜ 1896 ਬਿਕਰਮੀ ਵੀਰਵਾਰ ਵਾਲੇ ਦਿਨ ਪੂਰਨਮਾਛੀ
ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ, ਗੁਰਪੁਰੀ ਪਿਆਨਾ ਕਰ ਗਏ। ਚਿਖਾ ਨੂੰ ਨਜ਼ਰੇ ਆਤਿਸ਼ ਕੀਤਾ ਗਿਆ। ਤੁਸਾਂ ਨੇ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ। ਰਾਣੀ ਪਹਾੜਨ ਨੇ ਰਾਜਾ ਸੰਸਾਰ ਚੰਦ ਵਾਲੀਏ ਦੀ ਭੈਣ ਕਾਂਗੜ ਵਾਲੇ ਦੀ ਨੇ ਆਪਣੇ ਪਤੀ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਔਰ ਬੇਈਮਾਨ ਧਿਆਨ ਸਿੰਘ ਡੋਗਰੇ ਨੂੰ ਇਹ ਗੱਲ ਆਖੀ, ਧਿਆਨ ਸਿੰਘ ਜੀ ਮੇਰੇ ਸਾਹਮਣੇ ਸਹੁੰ ਖਾਓ ਕਿ ਸਾਰੀ ਜ਼ਿੰਦਗੀ ਖਾਲਸਾ ਰਾਜ ਦੇ ਵਫਾਦਾਰ ਬਣ ਕੇ ਰਹੋਗੇ। ਮੈਂ ਸਪਸ਼ਟ ਕਰ ਦੇਵਾਂ ਇਹ ਉਸਨੇ ਕਿਉਂ ਆਖਿਆ। ਕੱਲ ਦੇ ਦੀਵਾਨ ਵਿੱਚ ਵੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ। ਰਾਣੀ ਸਦਾ ਕੌਰ ਦੀ ਇਹ ਧੀ ਹੈ ਔਰ ਉਹ ਰਾਣੀ ਹੈ ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕਰਵਾਇਆ। ਸਾਉਂਡਰ ਆਖਿਆ ਜਾਂਦਾ ਇਹਨਾਂ ਨੂੰ। ਜਦੋਂ ਮਹਾਰਾਜਾ ਖੜਕ ਸਿੰਘ ਨੂੰ ਤਖਤ ਦਾ ਵਾਰਸ ਬਣਾਉਣ ਵਾਸਤੇ ਗੱਲਾਂ ਚੱਲ ਰਹੀਆਂ ਸਨ, ਬੇਈਮਾਨ ਨੇ ਜਾ ਕੇ ਰਾਣੀ ਸਦਾ ਕੌਰ ਨੂੰ ਆਖਿਆ, ਕਹਿਣ ਲੱਗਾ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦਾ ਜੇਠਾ ਪੁੱਤਰ ਖੜਕ ਸਿੰਘ ਹੈ, ਪਰ ਤੁਹਾਡੀ ਧੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹੀ ਗਈ ਸੀ, ਇਸ ਕਰਕੇ ਪੰਜਾਬ ਦੇ ਤਖਤ ਉੱਤੇ ਹੱਕ ਤੁਹਾਡੇ ਦੋਹਤੇ ਦਾ ਬਣਦਾ ਹੈ, ਰਾਜਾ ਸ਼ੇਰ ਸਿੰਘ ਦਾ, ਨਾ ਕਿ ਖੜਕ ਸਿੰਘ ਦਾ। ਰਾਣੀ ਸਦਾ ਕੌਰ ਨੇ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਆਖੀ। ਕਹਿਣ ਲੱਗੀ, ਰਣਜੀਤ ਸਿਆਂ, ਜੇ ਤੂੰ ਮੇਰੇ ਦੋਹਤੇ ਨੂੰ ਆਪਣੇ ਤੋਂ ਬਾਅਦ ਪੰਜਾਬ ਦਾ ਬਾਦਸ਼ਾਹ ਨਾ ਬਣਾਇਆ ਤੇ ਮੈਂ ਦਰਿਆ ਸਤਲੁਜ ਦੇ ਪਾਰਲੇ ਪਾਸੇ ਵਾਲੀ ਆਪਣੀ ਮਲਕੀਅਤ ਜਿਹੜੀ ਹੈ ਅੰਗਰੇਜ਼ਾਂ ਦੇ ਹਵਾਲੇ ਕਰ ਦੇਵਾਂਗੀ ਤੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲੇ ਜਾਵਾਂਗੇ। ਇੰਨੀ ਗੱਲ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਚਲੇ ਗਈ। ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਭੇਜ ਕੇ ਇਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਕੈਦ ਵਿੱਚ ਪਾ ਦਿੱਤਾ। ਸਮੇਂ ਦੇ ਹਾਲਾਤ ਬਾਕੀ ਦੀ ਸਾਰੀ ਜ਼ਿੰਦਗੀ ਉਹ ਰਾਣੀ ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦੇ ਕਿਲੇ ਤੇ ਕਬਜ਼ਾ ਕਰਵਾਇਆ ਸੀ ਉਸਨੇ ਜੇਲ੍ਹ ਵਿੱਚ ਗੁਜ਼ਾਰੀ। ਰਾਣੀ ਪਹਾੜਨ ਜਾਣਦੀ ਸੀ ਕਿ ਜਿਹੜੇ ਫੁੱਟ ਦੇ ਬੀਜ ਬੀਜੇ ਹਨ ਇਹ ਦਰਖਤ ਬਣਨੇ ਹੀ ਬਣਨੇ ਹਨ। ਇਸ ਕਰਕੇ ਉਹਨੇ ਆਖਿਆ, ਧਿਆਨ ਸਿੰਘ ਜੀ ਸਹੁੰ ਖਾਓ ਕਿ ਸਾਰੀ ਜ਼ਿੰਦਗੀ ਵਫਾਦਾਰ ਬਣ ਕੇ ਰਹੋਗੇ। ਸਰਦਾਰ ਕਿਸ਼ੋਰਾ ਸਿੰਘ ਦਾ ਇਹ ਪੁੱਤਰ ਜੰਮੂ ਦੇ ਇਲਾਕੇ ਦੇ ਰਹਿਣ ਵਾਲਾ ਕਿਸ਼ੋਰਾ ਸਿੰਘ ਦੇ ਘਰ ਨਾਮਰਾਦ ਤਿੰਨਾਂ ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡਾ ਸੀ ਗੁਲਾਬ ਸਿੰਘ, ਉਸ ਤੋਂ ਛੋਟਾ ਸੀ ਸਰਦਾਰ ਧਿਆਨ ਸਿੰਘ ਤੇ ਸਭ ਤੋਂ ਛੋਟਾ ਸੀ ਸਰਦਾਰ ਸੁਚੇਤ ਸਿੰਘ। 1809 ਨੂੰ ਬਸੰਤੀ ਦਰਬਾਰ ਹੋਇਆ। ਤਿੰਨੇ ਭਰਾ ਡੋਗਰੇ, ਜਿਹਦੇ ਵਿੱਚ ਉਸ ਦਿਨ ਬੇਈਮਾਨ ਧਿਆਨ ਸਿੰਘ ਦੀ ਉਮਰ 13 ਸਾਲ ਦੀ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਤੇ ਚੜਿਆ। ਇਹਨਾਂ ਤੇਜ਼ ਬੁੱਧੀ ਦਾ ਇਹ ਮਾਲਕ ਸੀ। 3 ਰੁਪਏ ਮਹੀਨੇ ਦੀ ਤਨਖਾਹ ਲੈਂਦਾ ਲੈਂਦਾ ਇਹ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੱਕ ਗਿਆ। ਬਾਕੀ ਡੋਗਰੇ ਵੀ ਜ਼ਗੀਰਾਂ ਦੇ ਮਾਲਕ ਬਣੇ। ਇਹ ਉਹੀ ਬਸੰਤੀ ਦਰਬਾਰ ਹੈ ਜਿੱਦਣ ਸਿੱਖ ਕੌਮ ਦਾ ਮਹਾਬਲੀ ਯੋਧਾ ਸਰਦਾਰ ਹਰੀ ਸਿੰਘ, ਜਿਹੜਾ ਬਾਅਦ ਵਿੱਚ ਨਲੂਆ ਕਰਕੇ ਪ੍ਰਸਿੱਧ ਹੋਇਆ, ਮਹਾਰਾਜਾ ਰਣਜੀਤ ਸਿੰਘ ਦੀ ਨਿਗਾਹ ਚੜੇ। ਇੱਕ ਪਾਸੇ ਸਰਲੱਥ ਯੋਧਾ ਭਰਤੀ ਹੋਇਆ, ਇੱਕ ਪਾਸੇ ਗਦਾਰ ਭਰਤੀ ਹੋਏ, ਜਿਨ੍ਹਾਂ ਦੀ ਗਿਣਤੀ 3 ਸੀ। ਨਜ਼ਰੇ ਆਤਿਸ਼ ਕਰ ਦਿੱਤਾ ਗਿਆ। 4 ਰਾਣੀਆਂ ਔਰ 7 ਗੋਲੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਿਖਾ ਵਿੱਚ ਸਤੀ ਹੋ ਗਈਆਂ। ਮਹਾਰਾਣੀ ਜਿੰਦ ਕੌਰਾਂ ਵੇਖ ਰਹੀ ਹੈ, ਕਹਿਣ ਲੱਗੀ, ਮੈਨੂੰ ਮਹਾਰਾਜਾ ਰਣਜੀਤ ਸਿੰਘ ਜੀ ਮਹਿਬੂਬਾ ਆਖਦੇ ਸਨ, ਮੇਰੀਆਂ ਭੈਣਾਂ ਮੇਰੇ ਪਤੀ ਨਾਲ ਸਤੀ ਹੋ ਰਹੀਆਂ, ਮੈਂ ਪਿੱਛੇ ਕੋ ਰਵਾਂ। 9 ਮਹੀਨੇ 24 ਦਿਨ ਦਾ ਬਾਲਕ ਦਲੀਪ ਸਿੰਘ ਆਪਣੀ ਗੋਦ ਵਿੱਚ ਵੇਖਦੀ ਹੈ ਤੇ ਕਹਿੰਦੀ, ਬੇਟਾ ਜੇ ਮੈਂ ਮਰ ਗਈ ਤੇਰੇ ਹੰਝੂ ਕਿਸੇ ਨੇ ਨਹੀਂ ਪੂੰਝਣੇ, ਮੈਂ ਕਿਸ ਪਾਸੇ ਜਾਵਾਂ, ਹੌਕੇ ਤੇ ਹਾਵੇ ਲੈਂਦੀ ਹੈ। ਇੱਥੋਂ ਤੱਕ ਦੀ ਦਾਸਤਾਨ ਤੁਸਾਂ ਨੇ ਕੱਲ ਦੀ ਦੀਵਾਨ ਵਿੱਚ ਸਰਵਣ ਕੀਤੀ। ਪੰਜਾਬ ਦਾ ਬਾਦਸ਼ਾਹ ਮਹਾਰਾਜਾ ਖੜਕ ਸਿੰਘ ਬਣ ਗਿਆ। ਜਦੋਂ ਉਸਨੇ ਫਾਈਲਾਂ ਵੇਖੀਆਂ, ਉਹਦੇ ਸਾਹਮਣੇ ਕੁਝ ਪੱਤਰਕਾਵਾਂ ਆਈਆਂ
ਜਿਹੜੀਆਂ ਜਮਰਾਓ ਤੋਂ ਆਈਆਂ ਸਨ ਔਰ ਇਸ ਬੇਈਮਾਨ ਧਿਆਨ ਸਿੰਘ ਡੋਗਰੇ ਨੇ ਜ਼ਬਤ ਕਰ ਲਈਆਂ ਸਨ। ਰਾਜਾ ਖੜਕ ਸਿੰਘ ਜਾਣਦਾ ਸੀ ਕਿ ਧਿਆਨ ਸਿੰਘ ਬੇਈਮਾਨ ਮੇਰੇ ਛੋਟੇ ਭਰਾ ਸਰਦਾਰ ਸ਼ੇਰ ਸਿੰਘ ਨੂੰ ਕਸਾ ਰਿਹਾ ਹੈ ਕਿ ਮੈਂ ਤੈਨੂੰ ਤਖਤ ਲੈ ਕੇ ਦੇਣਾ, ਤੂੰ ਥੋੜਾ ਜਿਹਾ ਉਦਮ ਕਰ। ਇਹਦੇ ਪੱਤੇ ਦੇ ਉੱਤੇ ਲੱਗ ਕੇ ਸਰਦਾਰ ਸ਼ੇਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਟਾਲੇ ਦੀ ਧਰਤੀ ਦੇ ਉੱਤੇ, ਜਿੱਥੇ ਅੱਜ ਕੱਲ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਹੈ, ਇੱਥੇ ਆਣ ਕੇ ਉਸਨੇ ਆਪਣਾ ਹੈੱਡਕੁਆਟਰ ਬਣਾਇਆ। ਮਹਾਰਾਜਾ ਸ਼ੇਰ ਸਿੰਘ ਦਾ ਜਨਮ ਜਲੰਧਰ ਤੋਂ ਪਠਾਨਕੋਟ ਨੂੰ ਜਾਈਏ ਤੇ ਇੱਕ ਨਗਰ ਆਉਂਦਾ ਮੁਕੇਰੀਆਂ, ਉਹਦੇ ਬਾਹਰਵਾਰ ਇੱਕ ਬੜਾ ਉੱਚਾ ਥੇ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਅਟਲਗੜ੍ਹ ਸਾਹਿਬ ਹੈ। ਇਹ ਥੇ ਦੇ ਉੱਤੇ ਮਹਾਰਾਜਾ ਸ਼ੇਰ ਸਿੰਘ ਦਾ ਕਦੀ ਜਨਮ ਹੋਇਆ ਸੀ। ਆਖਰ ਰਾਜਾ ਖੜਕ ਸਿੰਘ ਜਾਣਦਾ ਸੀ ਕਿ ਇਹ ਮੇਰੇ ਰਸਤੇ 'ਚ ਜ਼ਰੂਰ ਆਵੇਗਾ। ਹੁਣ ਉਹਨੇ ਆਪਣਾ ਕਾਰੋਬਾਰ ਸੰਭਾਲਣ ਵਾਸਤੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਿਹਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਸਰਦਾਰ ਚੇਤ ਸਿੰਘ ਬਾਜਵਾ ਕਰਕੇ ਆਉਂਦਾ ਹੈ। ਹਿੰਦੁਸਤਾਨ ਦਾ ਇੱਕ MP ਹੈ, ਪੰਜਾਬ ਦਾ ਮਿਨਿਸਟਰ ਵੀ ਰਿਹਾ ਹੈ, ਜਿਹਨੂੰ ਪ੍ਰਤਾਪ ਸਿੰਘ ਬਾਜਵਾ ਆਖਦੇ ਹਨ। ਇਹ ਸਰਦਾਰ ਚੇਤ ਸਿੰਘ ਬਾਜਵੇ ਦੇ ਖਾਨਦਾਨ ਵਿੱਚੋਂ ਅੱਗੇ ਬਾਜਵਾ ਪਰਿਵਾਰ ਚਲਿਆ ਆ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਖੜਕ ਸਿੰਘ ਇਹਨਾਂ ਬਾਜਵਿਆਂ ਵੱਲ ਵਿਆਹਿਆ ਹੋਇਆ। ਉਹਨੇ ਇਸ ਨੂੰ ਆਪਣਾ ਨਾਲ ਸਹਾਇਕ ਬਣਾਇਆ, ਕਾਰੋਬਾਰ ਆਪਣੇ ਹੱਥਾਂ 'ਚ ਸੰਭਾਲਿਆ। ਡੋਗਰਿਆਂ ਵਾਸਤੇ ਉਸਨੇ ਪਹਿਲਾ ਹੁਕਮ ਜਾਰੀ ਕੀਤਾ ਕਿ ਕੋਈ ਡੋਗਰਾ ਮੇਰੀ ਇਜਾਜ਼ਤ ਤੋਂ ਬਿਨਾਂ ਲਾਹੌਰ ਦਰਬਾਰ 'ਚ ਪੈਰ ਨਹੀਂ ਰੱਖੇਗਾ। ਆਉਣਾ ਜਾਣਾ ਬੰਦ ਕਰ ਦਿੱਤਾ। ਵਿਆਖਿਆਨ ਮੈਂ ਬਾਅਦ 'ਚ ਕਰਾਂਗਾ। ਆਓ ਪਹਿਲਾਂ ਸਰਵਣ ਕਰ ਲਈਏ ਮੌਕੇ ਦੇ ਵਿਦਵਾਨਾਂ ਨੇ ਇਹਦੀ ਤਸਵੀਰ ਕੀ ਲਿਖੀ ਹੈ। ਬੈਠਾ ਪਿਤਾ ਦੇ ਤਖਤ ਤੇ ਖੜਕ ਸਿੰਘ ਸਰਦਾਰ, ਉਹਨੇ ਵਾਕ ਸੰਭਾਲੀ ਰਾਜ ਦੀ, ਸਾਰੇ ਵੇਖੇ ਕਾਰੋਬਾਰ।
ਕੀਤਾ ਬੰਦ ਸੀ। ਇਹ ਜਿਹੜੀ ਤਰਜ਼ ਤੁਸੀਂ ਸਰਵਣ ਕਰ ਰਹੇ ਹੋ, ਇਹਨੂੰ ਢਾਡੀਆਂ ਦਾ ਕਲਾਸੀਕਲ ਰਾਗ ਆਖਦੇ। ਇਹਦਾ ਨਾਂ ਹੈ ਰਸਾਲੂ। ਸਾਡੀਆਂ ਪ੍ਰਾਤਨ ਰਵਾਇਤਾਂ ਜਿਹਨੂੰ ਕਦੀ ਸਾਡੇ ਬਜ਼ੁਰਗ ਢਾਡੀ ਗਾਉਂਦੇ ਰਹੇ ਤੇ ਆਪ ਸੰਗਤਾਂ 'ਚ ਬੈਠੇ ਬਜ਼ੁਰਗ ਸਰਵਣ ਕਰਦੇ ਰਹੇ। ਅੱਜ ਕੱਲ ਤੇ ਢਾਡੀ ਰਾਗ ਵੀ ਤਰਜ਼ਾਂ ਦੇ ਉੱਤੇ ਰਹਿ ਗਏ। ਲੱਚਰ ਦੇ ਗੀਤ ਦੀ ਤਰਜ਼ ਲੈ ਕੇ ਉਹਦੇ ਤੇ ਛੰਦ ਬਣਾ ਲਿਆ ਜਾਂਦਾ ਤੇ ਸੰਗਤਾਂ ਦੇ ਸਾਹਮਣੇ ਪਰੋਸ ਦਿੱਤਾ ਜਾਂਦਾ ਹੈ। ਗੁਰੂ ਸਵਾਰੀ ਸਾਧ ਸੰਗਤ ਜੀ, ਜਿੰਨਾ ਚਿਰ ਸਟੇਜ ਉੱਤੇ ਹਰ ਵਕਤ ਭਾਵੇਂ ਉਹ ਕਥਾਵਾਚਕ ਹੈ, ਭਾਵੇਂ ਢਾਡੀ ਹੈ, ਭਾਵੇਂ ਰਾਗੀ ਹੈ, ਭਾਵੇਂ ਪ੍ਰਚਾਰਕ ਹੈ, ਭਾਵੇਂ ਕਵੀਸ਼ਰ ਹੈ, ਜਿੰਨਾ ਚਿਰ ਉਹਦੇ ਹੱਡਾਂ 'ਚ ਤੁਹਾਡਾ ਡਰਨਾ ਨਾ ਹੋਵੇਗਾ, ਕੋਈ ਬੰਦਾ ਆਪਣੇ ਵਿਸ਼ੇ ਨਾਲ ਇਨਸਾਫ ਨਹੀਂ ਕਰ ਸਕਦਾ। ਹੁਣ ਪਤਾ ਲੱਗ ਗਿਆ ਕਿ ਜਿੱਦਾਂ ਦਾ ਪਰੋਸ ਦਿੱਤਾ ਜਾਵੇਗਾ, ਸੰਗਤ ਪ੍ਰਮਾਣ ਕਰ ਲੈਂਦੀ ਹੈ, ਡਾਲਰ ਮਿਲ ਹੀ ਜਾਣੇ। ਕਦੀ ਸਮਾਂ ਸੀ, ਮੈਂ ਇੱਕ ਦਿਨ ਬਚਨ ਪੜ੍ਹ ਰਿਹਾ ਸਾਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਝੌਰ ਦਾ। ਕਹਿੰਦੇ ਮੈਂ ਕਥਾ ਕਰ ਰਿਹਾ ਸਾਂ ਅਮਰੀਕਾ ਦੀ ਧਰਤੀ ਦੇ ਉੱਤੇ, ਤੇ ਮੈਂ ਕੁਰਾਨ ਦੀ ਆਇਤ ਪੜ੍ਹੀ ਗਲਤ। ਸਾਹਮਣੇ ਇੱਕ ਮੁਸਲਮਾਨ ਬੈਠਾ ਸੀ, ਰੂਮੀ ਟੋਪੀ ਪਾ ਕੇ, ਉੱਠ ਕੇ ਕਹਿਣ ਲੱਗਾ, ਆਲਮ ਸਾਹਿਬ ਗਲਤ ਮਤ ਬਕੇ। ਝੌਰ ਸਾਹਿਬ ਕਹਿੰਦੇ ਮੈਂ ਉਹੀ ਆਇਤ ਫਿਰ ਦੁਬਾਰਾ ਸਹੀ ਪੜ੍ਹ ਦਿੱਤੀ। ਉਹ ਫਿਰ ਉੱਠ ਖਲੋਤਾ, ਕਹਿੰਦਾ ਆਲਮ ਸਾਹਿਬ पहले गलत क्यों और अब सही क्यों? ते चौर साहब कहते मैं ते इस करके गलत पढ़ी सी कि मैं देखना चाहता हाँ कि मैं कन्ना वाले के रोन रहा के बोलिया के रोई जा रहा। मेरी गल नूं कोई सरवण कर भी रहा या नहीं कर रही है कि वैसे सिर हिलाई चले जा रहे। भाई साहब उन्होंने कथा की है दिल दियां गहराइयां चो, आप संगत ने सरवण की है। वक्ते और श्रोते का जिन्ना चिर तालमेल नहीं बैठेगा, मैं नहीं, मैं तुहानू कुछ सिखा रहा, मैं अपने उत्ते गल टिका रहा। जिन्ना चिर तुसी तगड़े ना होवोगे, ये स्टेज उत्ते जो कोई मर्जी फिर करके चलिया जावे, साडे हड्डां च तुहाडा डर नहीं रहेगा। सत्संग दास कोशिश करता है कि जेड़ी भी गल कीर्तन विच कीती जावे, ढाडी राग विच पाबंद रह के कीती जावे। हाँ, एक दी बंदना किते प्रारंभ विच ला ले, कोई वक्री गल है। संडे वाले दिन तुसां ने पूर्ण सरवण कीता सी, ये रसालू ढाडियां दा क्लासिकल राग इहो मैंने कीता जा रहा। की कह रहे ने ढाडी सिंह? सरवण करो सत्संग। राज दे वैरी संसख राज दे।
ਅਸੀਂ ਗੁੰਮ ਕਰ ਲਈਆਂ चिट्ठियां नूं पढ़ के सरदार खड़क सिंह ने फैसला किया, कहन लगा जिन्ना चिर बेईमान है मैनू इन्हें राज भाग कर नहीं देना। हुक्म जारी कर दिता जिन्ना चिर मैं ना बुलावा डोगरे लाहौर दरबार विच अंदर नहीं आ सकते। पता लगा बेईमान नूं तिलमला उठे है, सीधा ही लाहौर दरबार की कचहरी च पहुंच गया जिथे महाराजा खड़क सिंह तखत उत्ते सुभाईमान। जाके कहन लगा महाराजे का इकबाल बुलंद होवे, मैं आप जी का खासम खास एक बेनती करनी चाहता। बड़ा नीवा हुंदा है पर सियाणे दी एक कहावत है, कहन लगे बिल्ली जिनी शह वटेगी उन्ना शिकार ज्यादा और जल्दी फड़ेगी। कमान नूं जिनी तड़ होवेगी तीर नूं दूर सुटेगी। बंदा ढिड दा जिन्ना माड़ा होवेगा उन्ना तुहाडे गाड़ी हथ ज्यादा जोड़ेगा, लिफेगा ज्यादा, और न्यू न्यू के सलामा करेगा। बड़ा नीवा हुंदा। कहन लगा आप जी का इकबाल बुलंद होवे, मैनू पता लगे मैनू हुक्म किया गया मैं तुहाडी इजाजत तो बिना लाहौर दरबार च नहीं आ सकता। महाराजा खड़क सिंह ने आख्या ध्यान सिंह जी तुसां ने ठीक सुने, जिन्ना चिर तुहानू मैं ना बुलावा तुसां ने लाहौर दरबार च नहीं आउणा। कहने लगा महाराजा साहब तुहानू पता होना चाहिए कि तुहाडे तो बाद दूसरा ताकतवर अहुदा मेरे कोल है। मेरे उत्ते पाबंदियां लाइयां जाणगियां, मैं राज का कारोबार नेक नीयत नाल नहीं कर सकता। महाराजा खड़क सिंह ने आख्या ध्यान सिंह जी तुसीं ठीक कहंदे हो, बहरहाल मैं अपना हुक्म वापस नहीं लै सकदा, मैं विचार करांगा, पर यह जरूर कहता हाँ कि तुसीं जिन्ना चिर मैं हुक्म ना करा तुसीं लाहौर दरबार च नहीं आ सकते। ध्यान सिंह ने आख्या फिर कारोबार किवें चलेगा राज दा। महाराजा खड़क सिंह ते जे बोलिया नहीं तो उहदा साला सरदार चेत सिंह बाजवा अगे होके छाती ते हथ मार के कहंदा ध्यान सिंह जी असीं 8 दिनां च दस देवांगे राज किवें करीदा। 8 दिनां विच मानो फनीअर सप ने अपनी फन खिलारी होवे। जदों चेत सिंह बाजवे ने इस तरह आख्या ने भुआ के चेहरा चेत सिंह बाजवे वाल कीता, मानो दस जाना चाहता। ओहदियां अखां चेत सिंह बाजवा डड़के है, कहंदा बल्लिओ शेरा वो तेरे वाल ते मेरा ध्यान ही है नहीं सी, मन ही मन विस्कोलन लगा। पर गुस्सा अंदरे अंदर पी गया। कहन लगा जी तुसीं मालक हो, भणवैया तुहाडा पंजाब दा बादशाह, तुसीं वजीर बनो कोई होर बने, मैनू कोई लालच नहीं पई, तुसीं घर दे मालक मैं ते नौकर जम्मू आया होया। ठीक है जी तुसीं अपना कारोबार करो, जिद्दन तुसीं सदोगे हुण मैं उदन ही आवांगा, मेरी फतेह प्रवान करो। फतेह बुला के ये ध्यान सिंह डोगरा एक बार फिर कहरी अख दे नाल चेत सिंह बाजवे वाला वेख के तुरे, सोचदा जा रहा, कहन लगा चेत सिंह
बिन बुलाई मौत बुला लई तू। पुत तू मैनू की दसना अठां दिनां च राज किवें करीदा, तेन मैं दसांगा अठां दिनां च ध्यान सिंह डोगरा की कर सकदा है। लाहौर दरबार का दरवाजा बाहर लंघण तो पहला करे ने फिर भुआ के सरदार चेत सिंह वल वेखिया। ਉਹਦਾ सारे का सारा क्रोध सरदार चेत सिंह दे उत्ते सी। फिर मुस्कुरा के भयानक जिहा हासा हस के लाहौर दरबार चों बाहर चले गए। तुसीं सियाणे दाने प्रधाने बैठे हो, कदी ये गल नोट कीती होवेगी, सियासी बंदा कदी डींग नहीं मारदा। जेड़ा बंदा सियासत दे पिड़ विच वड़ के डींग मारदा मगरों करदा कख नहीं, समझ लो उसने मौत बुला ली। चेत सिंह बाजवे ने छाती ते हथ मार के यह गल ते आखी, ध्यान सिया तेनों असीं दसांगे अठां दिनां च राज करीदा किवें, पर कीता कुछ भी नहीं। पर दूजे पासे ध्यान सिंह चुप करके नहीं बैठा, वो सीधा अपनी हवेली गया, महल गया, उन्हें डोगरे सदे। कहंदा गल सुनो डोगरेओ, जिहड़ी अज मेरे नाल होई है रब करे किसे नाल होवे ना। गुलाब सिंह ने आख्या, कहन लगा होया की? कहन लगा मेरे नाल अज बड़ी बुरी हुई है, मैनूं जलील करके लाहौर दरबार चों कढिया गया। महाराजा रणजीत सिंह ने मैनूं कदी माड़ा चंगा नहीं सी आखे, पर तखत उत्ते बैठे रहा सारे इन्हां दे तौर बदल गए ने। सुचेत सिंह ने आख्या, कहन लगा भराता जी असीं कर भी की सकते हैं, जिहदे नाल गल्लां सी ओह मर गए। हुण नवां पोश अगे आ गया, साडी सुने चाहे ना सुने। उन्हें आख्या जबान बंद कर सचेत सिंह। ध्यान सिंह इस करके पैदा नहीं होया कि लोगों दी गल्लां सुनदा रहे तो चुप करके बैठ जाए। और जिन्होंने मेरे उत्ते पाबंदी लाई है कि मैं लाहौर दरबार च दाखिल ना हुआ, और मैनूं चैलेंज किया कि 8 दिन विच तैनूं दसांगे राज किवें करीदा है। मैं भी सरदार किशोर सिंह दे घर पैदा नहीं होया जे 8 दिनां तक पंजाब दा बादशाह बदल के ना रख दिता। मैं पंजाब दा बादशाह बदल देना। जिन्हें मैनू मंगा रहे हैं, मैं अपने हत्थां दे नाल उहदे टुकड़े ना 8 दिनां विच कीते, ते मैनू ध्यान सिंह ना सदी। गुलाब सिंह ने आख्या, कहन लगा ध्यान सिंह जी गल्लां बड़ियां वड्डियां करदे हो, पर इन्ना सौखा नहीं है। कहन लगा तुसां ध्यान सिंह नूं अजे समझिया ही नहीं। जे 8 दिनां विच मैं पंजाब दा बादशाह ना बदल दिता है, ते मेरा नां ध्यान सिंह ना रहन दे। उन्हें आख्या कर की सकते हो? ते ध्यान सिंह ने आख्या, गुलाब सिंह तेनों पता होना चाहिए कि चेत सिंह बाजवा एक बार अंग्रेजां कोल गया सी। कहंदा जी हाँ गया सी। इहदे बैंक च 18 लाख रुपया जिहड़ा अंग्रेजी बैंक च पिया होया। कहंदा बेशक। कहंदा बस सजाए मौत देने वास्ते इन्ना कुछ काफी है, बाकी मैं सब कुछ कर लवांगा। खड़प्पे सप वांग विस घोलदा है, वो चिट्ठियां कढ के लिया जिहड़ियां उन्हें तैयार कीतियां होईयां सन पहला, अबारत हू बहू, नकली मोहरा, नकली दस्तखत। कहंदा वेखो की लिखिया। उन्हें आख्या इहदे उत्ते लिखिया होया कि पंजाब दा बादशाह महाराजा खड़क सिंह पंजाब दा राज अंग्रेजां कोल वेचना चाहुंदा। कहन लगा बस इन्ना काफी। तुहाडी गल ते इतबार कौन करेगा? कहंदा सारे करनगे, और सारे पंजाब दे वासी करनगे मेरी गल दे उत्ते इतबार। उन्हें आख्या तुहाडी पूरी दी पूरी प्लानिंग की है, जो अपने दिमाग च उसने खड़यंत्र रची है। एडा तेज बुद्धि दा मालक सी, अफसोस जे किते बेहतरी वाले पासे अपने दिमाग नूं लाउंदा है ते पंजाब दी धरती तो सिख राज नूं कोई खत्म करने वाला जम्मिया नहीं सी। पर दिमाग पुठा चल गया। जो कुछ उसने दिमाग च सी अपने डोगरे भरावां दे नालों साझा करदा, की सी वो तुसीं भी सरन कर लो।
ਬਦਲੀ ਨੀਤ ਤੇ ਆਣ ਸਿੰਘ ਡੋਗਰੇ ਦੀ, ਨੀਤ ਤੇ ਆਣ ਸਿੰਘ ਡੋਗਰੇ ਦੀ, ਦਿਲ ਨੂੰ ਆਖਦਾ ਬਾਜੀ ਉਲਟਾ ਦਈਏ। ਬਦਲੀ ਨੀਅਤ ਤੇ ਆਣ ਸਿੰਘ ਡੋਗਰੇ ਦੀ, ਦਿਲ ਨੂੰ ਆਖਦਾ ਬਾਜੀ ਉਲਟਾ ਦਈਏ। ਅਸੀਂ ਸਭ ਕੋਲਡੀਏ ਹਾਜ਼ਰੀ, ਖੜਕ ਸਿੰਘ ਤੇ, ਖੜਕ ਸਿੰਘ ਤੇ, ਖੜਕ ਸਿੰਘ ਤੇ ਰੰਗ ਚਲਾ ਦਈਏ। ਅਸੀਂ ਸੱਪ ਕਰੁੰਡੀਏ ਹਾਜ਼ਰੀ, ਖੜਕ ਸਿੰਘ ਤੇ ਡੰਗ ਚਲਾ ਦਈਏ। ਸਾਡੀ ਇਸ ਨੇ ਨਹੀਂ ਪਰਵਾਹ ਕੀਤੀ, ਇਹਨੂੰ ਆਪਣੇ ਹੱਥ ਵਖਾ ਦਈਏ। ਸਾਡੀ ਇਸ ਨੇ ਨਹੀਂ ਪਰਵਾਹ ਕੀਤੀ, ਇਹਨੂੰ ਆਪਣੇ ਹੱਥ ਵਖਾ ਦਈਏ। ਕਣਕ ਨੂੰ ਨਾ ਜਮਾ ਦੇਈਏ, ਖੜਕ ਸਿੰਘ ਨੂੰ, ਖੜਕ ਸਿੰਘ ਨੂੰ, ਖੜਕ ਸਿੰਘ ਨੂੰ ਤਖਤ ਤੋਂ ਲਾ ਦਈਏ, ਖੜਕ ਸਿੰਘ ਨੂੰ ਤਖਤ ਤੋਂ ਲਾ ਦਈਏ। ਧਿਆਨ ਸਿੰਘ ਨੇ ਆਖਿਆ, ਕਹਿਣ ਲੱਗਾ ਮੇਰੇ ਦਿਮਾਗ ਵਿੱਚ ਹੈ ਕਿ ਪੰਜਾਬ ਦਾ ਬਾਦਸ਼ਾਹ ਕਵਰਨੌਰ ਨਿਹਾਲ ਸਿੰਘ ਨੂੰ ਬਣਾ ਦਿੱਤਾ ਜਾਵੇ, ਖੜਕ ਸਿੰਘ ਨੂੰ ਤਖਤੋਂ ਲਾ ਕੇ ਕੈਦ 'ਚ ਪਾ ਦਿੱਤਾ ਜਾਵੇ ਤੇ ਚੇਤ ਸਿੰਘ ਬਾਜਵੇ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਡੋਗਰੇ ਨੇ ਆਖਿਆ, ਕਹਿਣ ਲੱਗਾ ਭਰਾਤਾ ਜੀ ਪਰ ਇਹ ਸੰਭਵ ਕਿਵੇਂ? ਪੱਤਰਕਾਂ ਵਿਖਾ ਕੇ ਕਹਿੰਦਾ ਤੁਹਾਡੇ 'ਚ ਕੋਈ ਜਾਵੇ, ਜ਼ਮਰੌਦ ਜਿਹੜਾ ਨੌ ਨਿਹਾਲ ਸਿੰਘ ਨੇ ਪੱਤਰਕਾ ਵਿਖਾਵੇ ਤੇ ਆਪਣੇ ਨਾਲ ਲੈ ਕੇ ਆਵੇ, ਬਾਕੀ ਕੰਮ ਮੈਂ ਸੰਭਾਲ ਲਵਾਂਗਾ। ਹੁਣ ਕੋਈ ਖਾਸਮ ਖਾਸ ਚਾਹੀਦਾ ਸੀ ਜਿਹੜਾ ਸਾਰੀਆਂ ਪੱਤਰਕਾਵਾਂ ਲੈ ਕੇ ਜਾਂਦਾ, ਜਿਹੜੀਆਂ ਨਕਲੀ ਚਿੱਠੀਆਂ ਬਣਾਈਆਂ ਹੋਈਆਂ ਹਨ, ਨਕਲੀ ਇਬਾਰਤਾਂ ਲਿਖੀਆਂ ਹੋਈਆਂ ਹਨ, ਇਕਰਾਰਨਾਮੇ ਲਿਖੇ ਹੋਏ ਹਨ। ਸਰਦਾਰ ਸੁਚੇਤ ਸਿੰਘ ਦੀ ਡਿਊਟੀ ਲਗਾਈ ਗਈ ਕਿ ਤੂੰ ਘੋੜੇ ਦੇ ਉੱਤੇ ਸਵਾਰ ਹੋ ਤੇ ਨੌ ਨਿਹਾਲ ਨੂੰ ਲੈ ਕੇ ਆ। ਪੰਧ ਮੁਕਾ ਕੇ ਸੁਚੇਤ ਸਿੰਘ ਡੋਗਰਾ ਕਵਰਨੌਰ ਨਿਹਾਲ ਸਿੰਘ ਦੇ ਕੋਲ ਪਹੁੰਚਿਆ। ਉਸ ਨੇ ਪਿਸ਼ਾਵਰ ਦੇ ਕਿਲੇ ਦੀ ਫਸੀਲ ਦੇ ਉੱਤੇ ਖੜਾ ਪੰਜਾਬੀਆਂ ਦਾ ਆਉਣ ਵਾਲਾ ਬਾਦਸ਼ਾਹ ਨੌ ਨਿਹਾਲ ਸਿੰਘ ਡੁੱਬਦੇ ਹੋਏ ਸੂਰਜ ਨੂੰ ਵੇਖ ਰਿਹਾ। ਡੁੱਬਦੇ ਹੋਏ ਸੂਰਜ ਨੂੰ ਆਪਣੀ ਅੱਖਾਂ ਦੇ ਨਾਲ ਨਿਹਾਰਦਿਆਂ ਹੋਇਆਂ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਡੁੱਬਾ ਸੀ। ਜਾਂ ਬੇਈਮਾਨ ਨੇ ਜਾ ਕੇ ਗੁਰੂ ਫਤਿਹ ਬੁਲਾ ਕੇ ਆਖਿਆ, ਕਹਿਣ ਲੱਗਾ ਸਿੰਘ ਸਾਹਿਬ ਆਪ ਜੀ ਨੂੰ ਕਸ਼ਟ ਦੇਣ ਵਾਸਤੇ ਆਇਆ। ਨੌ ਨਿਹਾਲ ਨੇ ਵੇਖ ਕੇ ਆਖਿਆ, ਕਹਿਣ ਲੱਗਾ ਸੁਚੇਤ ਸਿੰਘ ਜੀ ਤੁਸੀਂ ਇੱਥੇ? ਕਹਿਣ ਲੱਗਾ ਹਾਂ, ਮੇਰੇ ਨਾਲ ਤੁਸੀਂ ਛੇਤੀ ਲਾਹੌਰ ਚੱਲੋ ਨਹੀਂ ਤੇ ਸਭ ਕੁਝ ਬਰਬਾਦ ਹੋ ਜਾਵੇਗਾ। ਨੌ ਨਿਹਾਲ ਨੇ ਆਖਿਆ ਹੋਇਆ ਕੀ ਹੈ? ਉਹ ਸਾਰੀਆਂ ਚਿੱਠੀਆਂ ਕੱਢ ਕੇ ਨੌ ਨਿਹਾਲ ਦੇ ਅੱਗੇ ਰੱਖ ਦਿੱਤੀਆਂ ਗਈਆਂ। ਨੌ ਨਿਹਾਲ ਨੇ ਪੜ੍ਹੀਆਂ, ਦੰਦੀਆਂ ਮੀਚੀਆਂ।
ਚਾਹੀਦਾ ਤੇ ਇਹ ਸੀ ਜੇ ਪਿਤਾ ਦੇ ਖਿਲਾਫ ਸ਼ਿਕਾਇਤ ਆਈ ਏ ਤੇ ਡੋਗਰਿਆਂ ਦੇ ਉੱਤੇ ਇਤਬਾਰ ਕਰਨ ਤੋਂ ਪਹਿਲਾਂ ਘੋੜੇ ਦੇ ਉੱਤੇ ਸਵਾਰ ਹੋ ਕੇ ਆਪਣੇ ਬਾਪ ਨੂੰ ਆਣ ਕੇ ਪੁੱਛਦਾ, ਪਿਤਾ ਜੀ ਆ ਚਿੱਠੀਆਂ ਮੈਨੂੰ ਮਿਲੀਆਂ ਨੇ, ਸੱਚੀਆਂ ਨੇ ਕਿ ਝੂਠੀਆਂ ਨੇ, ਦੱਸੋ ਕਿਵੇਂ ਹੋਣਾ ਚਾਹੀਦਾ। ਪਰ ਘੋੜੇ ਦੇ ਉੱਤੇ ਸਵਾਰ ਹੋ ਕੇ ਅਗਲੇ ਦਿਨ ਭਜਾਉਂਦੇ ਹੋਏ ਘੋੜੇ ਦੋਵੇਂ ਸਰਦਾਰ ਇਹ ਲਾਹੌਰ ਪਹੁੰਚੇ ਤੇ ਇੱਕ ਪੁੱਤਰ ਆਪਣੇ ਬਾਪ ਨੂੰ ਮਿਲਣ ਵਾਸਤੇ ਨਹੀਂ ਗਿਆ, ਸਿੱਧਾ ਡੋਗਰਿਆਂ ਦੀ ਹਵੇਲੀ ਵੱਲ ਨੂੰ ਤੁਰ ਪਿਆ। ਜਦੋਂ ਫੁੱਟ ਪੈ ਜਾਏ ਫਿਰ ਸਭ ਕੁਝ ਬਰਬਾਦ ਹੁੰਦਾ। ਜਦੋਂ ਪਿਓ ਪੁੱਤ ਤੇ ਇਤਬਾਰ ਨਾ ਕਰੇ, ਪੁੱਤ ਪਿਓ ਤੇ ਇਤਬਾਰ ਨਾ ਕਰੇ, ਭਰਾ ਭੈਣ ਤੇ ਇਤਬਾਰ ਨਾ ਕਰੇ, ਭੈਣ ਭਰਾ ਤੇ ਇਤਬਾਰ ਨਾ ਕਰੇ, ਆਦਮੀ ਆਪਣੀ ਪਤਨੀ ਤੇ ਇਤਬਾਰ ਨਾ ਕਰੇ, ਪਤਨੀ ਪਤੀ ਤੇ ਇਤਬਾਰ ਨਾ ਕਰੇ, ਉਹ ਪਰਿਵਾਰ ਨੂੰ ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਸਕਦੀ। ਕਵੀ ਲਿਖਦਾ ਏਕੇ ਦਾ ਬਗੀਚਾ ਕਿਵੇਂ ਫੱਲੇ ਫੁੱਲੇ, ਦੇਸ਼ 'ਚ ਟੁੱਟ ਗਈ ਮਾਲ ਤੇ ਖੂਹ ਗਿਆ ਆਟਿਆ, ਕੌਰਵਾਂ ਤੇ ਪਾਂਡਵਾਂ ਦੀ ਖੱਬਰੀ ਉਡਾਈ, ਹੱਥੋਂ ਭਾਈ ਦਾ ਸੀ ਗਲਾ ਗਿਆ ਕੱਟਿਆ, ਵੱਡੇ ਵੱਡੇ ਰਾਜਿਆਂ ਨੂੰ ਤਖਤੋਂ ਲੁਹਾ ਦਿੱਤਾ, ਫੁੱਟ ਇਹ ਚੰਦਰੀ ਤੋਂ ਕਿਸੇ ਵੀ ਨਾ ਖੱਟਿਆ, ਖੱਟਿਆ ਜੇ ਖੱਟਿਆ ਤੇ ਇਹੋ ਲਾਹਾ ਖੱਟਿਆ, ਆਨ ਸ਼ਾਨ ਹੱਥੋਂ ਗਈ ਨਾਲੇ ਰੋਬ ਕਟਿਆ, ਸਭ ਕੁਝ ਹੀ ਮੁੱਕ ਗਿਆ। ਪਹੁੰਚ ਗਿਆ ਡੋਗਰਿਆਂ ਦੀ ਹਵੇਲੀ ਵਿੱਚ, ਜਿੱਥੇ ਸਾਰੇ ਡੋਗਰੇ, ਨੌ ਨਿਹਾਲ ਸਿੰਘ ਖੁਦ, ਸੰਧਾਂ ਵਾਲੀਏ ਸਰਦਾਰ ਤੇ ਪੰਜਾਬੀਆਂ ਦੇ ਬਾਦਸ਼ਾਹ ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਖੁਦ ਮਹਾਰਾਣੀ ਚੰਦ ਕੌਰਾਂ, ਇੱਕ ਪਤਨੀ ਆਪਣੇ ਪਤੀ ਦੇ ਖਿਲਾਫ ਧਿਰ ਬਣ ਕੇ ਖਲੋਤੀ ਹੋਈ ਆ, ਡੋਗਰਿਆਂ ਦੇ ਨਾਲ ਮਿਲੀ ਹੋਈ। ਕੀ ਖੜਯੰਤਰ ਰਚੇ ਜਾ ਰਹੇ ਨੇ, ਕੀ ਵਿਚਾਰਾਂ ਹੋ ਰਹੀਆਂ ਨੇ। ਕੱਲ ਦੇ ਦੀਵਾਨ ਵਿੱਚ ਇਸ ਮਜਬੂਰ ਨੂੰ ਇੱਥੋਂ ਪ੍ਰਾਰੰਭ ਕਰਾਂਗਾ। ਜਿੰਨਾ ਸਮਾਂ ਬਖਸ਼ਿਸ਼ ਹੋਇਆ ਸੀ ਉਹਦੇ ਨਾਲ ਮੈਂ 2 ਮਿੰਟ ਉੱਪਰ ਲੈ ਗਿਆ ਹਾਂ, ਮੈਂ ਖਿਮਾ ਦਾ ਜਾਚਕ ਹਾਂ। ਸਭ ਦਾ ਧੰਨਵਾਦ। ਢਾਡੀ ਸਿੰਘਾਂ ਪਾਸੋਂ ਆਨੰਦ ਸਾਹਿਬ ਦਾ ਜਾਪ ਸਰਵਣ ਕਰੋ। ਦਾਸ ਨੂੰ ਹੋਈਆਂ ਪੁੱਲਾਂ ਦੀ ਖਿਮਾ ਦਿੰਦੇ ਹੋ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।